ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਪੱਕੇ ਤੌਰ ਤੇ ਕੈਨੇਡਾ ਆਉਣ ਵਾਲਿਆਂ ਲਈ ਟਰੂਡੋ ਦਾ ਐਲਾਨ, ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 'ਚ ਕਮੀ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਦਾ ਕੀਤਾ ਐਲਾਨ, 5 ਸਾਲਾਂ ਦੌਰਾਨ $1 ਬਿਲੀਅਨ ਦੀ ਵਚਨਬੱਧਤਾ। ਨਿੱਜਰ ਦੇ ਕਤਲ ਮਗਰੋਂ ਜਗਮੀਤ ਸਿੰਘ ਦੀ ਜਾਨ ਨੂੰ ਵੀ ਖਤਰਾ, ਜਗਮੀਤ ਸਿੰਘ ਦੇ ਦਫ਼ਤਰ ਨੇ ਮਾਮਲੇ ਤੇ ਨਹੀਂ ਕੀਤੀ ਕੋਈ ਟਿੱਪਣੀ। ਜਗਮੀਤ ਸਿੰਘ ਦੀ ਐਨਡੀਪੀ ਨੂੰ ਲੱਗਾ ਕਰਾਰਾ ਝਟਕਾ, 3 ਐਮਪੀਜ਼ ਵੱਲੋਂ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ। ਕੈਨੇਡਾ 'ਚ ਆਰਜ਼ੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦਰਮਿਆਨ ਟਰੂਡੋ ਸਰਕਾਰ ਨੇ ਕਿਹਾ ਹੈ ਕਿ ਪੱਕੇ ਤੌਰ ਤੇ ਆਉਣ ਵਾਲਿਆਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਕੀਤੀ ਜਾਵੇਗੀ। ਹਾਊਸਿੰਗ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟਸ ਦੇ ਰੂਪ 'ਚ ਆ ਰਹੇ ਪ੍ਰਵਾਸੀਆਂ ਨੂੰ ਕੈਨੇਡਾ ਸੰਭਾਲ ਸਕਦਾ ਹੈ। ਇਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਸੀਨ ਫਰੇਜ਼ਰ ਦੀ ਤਾਜ਼ਾ ਟਿੱਪਣੀ ਬੇहद ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਬੀਤੇ ਕੱਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਸੀ ਕਿ ਆਰਜ਼ੀ ਪ੍ਰਵਾਸੀ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਇਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ ਤੇ ਜਿਸ ਦੇ ਮੱਦੇਨਜ਼ਰ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣੀ ਹੋਵੇਗੀ। ਉਹਨਾਂ ਕਿਹਾ ਕਿ 2017 ਚ ਕੈਨੇਡੀਅਨ ਆਬਾਦੀ ਦਾ ਸਿਰਫ 2% ਹਿੱਸਾ ਆਰਜ਼ੀ ਪ੍ਰਵਾਸੀਆਂ ਨਾਲ ਸੰਬੰਧਿਤ ਸੀ, ਪਰ ਹੁਣ ਇਹ ਗਿਣਤੀ 7.5% ਹੋ ਚੁੱਕੀ ਹੈ। ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 35% ਘਟਾਉਣ ਦਾ ਐਲਾਨ ਕਰ ਚੁੱਕੇ ਨੇ। ਹੁਣ ਸੀਨ ਫਰੇਜ਼ਰ ਕਹਿ ਰਹੇ ਨੇ ਕਿ ਇਮੀਗ੍ਰੇਸ਼ਨ ਤੋਂ ਬਗੈਰ ਆਰਥਿਕ ਚੁਣੌਤੀਆਂ ਦਾ ਟਾਕਰਾ ਕਰਨਾ ਸੰਭਵ ਨਹੀਂ। ਸੀਨ ਫਰੇਜ਼ਰ ਨੇ ਮੰਨਿਆ ਕਿ ਆਰਜ਼ੀ ਪ੍ਰਵਾਸੀਆਂ ਦੀ ਗਿਣਤੀ ਵਧਣ ਕਾਰਨ ਸਮੱਸਿਆਵਾਂ ਆ ਰਹੀਆਂ ਨੇ, ਪਰ ਇਹਨਾਂ ਦੀ ਗਿਣਤੀ ਕਿਸੇ ਯੋਜਨਾ ਤਹਿਤ ਨਹੀਂ ਵਧਾਈ ਗਈ। ਯੂਨੀਵਰਸਿਟੀਜ਼ ਤੇ ਕਾਲਜਾਂ 'ਚ ਸੀਟਾਂ ਵਧੀਆਂ ਤਾਂ ਵਿਦਿਆਰਥੀ ਵੱਧ ਗਏ, ਜਦਕਿ ਕਾਰੋਬਾਰੀਆਂ ਨੂੰ ਕਾਮਿਆਂ ਦੀ ਜ਼ਰੂਰਤ ਪਈ ਤਾਂ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੱਧ ਗਈ। ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 4,85,000 ਪ੍ਰਵਾਸੀ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ 2025 ਅਤੇ 2026 ਦੌਰਾਨ 5-5 ਲੱਖ ਪ੍ਰਵਾਸੀ ਸੱਦੇ ਜਾਣਗੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਇੱਕ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਸ਼ੁਰੂ ਕਰੇਗੀ, ਜਿਸ ਰਾਹੀਂ ਦੇਸ਼ ਭਰ 'ਚ ਹਰ ਸਾਲ 4 ਲੱਖ ਵਧੇਰੇ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਸਕੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਟੋਰਾਂਟੋ 'ਚ ਇਹ ਐਲਾਨ ਕੀਤਾ। 16 ਅਪ੍ਰੈਲ ਨੂੰ ਪੇਸ਼ ਹੋਣ ਵਾਲੇ ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਅਤੇ ਉਹਨਾਂ ਦੇ ਮੰਤਰੀ ਦੇਸ਼ ਭਰ 'ਚ ਟੂਰ ਕਰਕੇ ਨਵੇਂ ਐਲਾਨ ਕਰ ਰਹੇ ਨੇ। ਫੈਡਰਲ ਸਰਕਾਰ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ 5 ਸਾਲਾਂ ਦੇ ਵਿੱਚ $1 ਬਿਲੀਅਨ ਖਰਚ ਕਰੇਗੀ। ਇਹ ਅੰਕੜਾ ਲਿਬਰਲਾਂ ਦੁਆਰਾ 2021 ਦੇ ਚੋਣ ਮੁਹਿੰਮ ਵਾਅਦੇ ਨੂੰ ਦਰਸਾਉਂਦਾ ਹੈ। ਫਰੀਲੈਂਡ ਨੇ ਕਿਹਾ ਹੈ ਕਿ ਸਰਕਾਰ ਨੂੰ 2024-2025 ਸਕੂਲੀ ਸਾਲ ਲਈ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਉਮੀਦ ਹੈ। ਬ੍ਰੇਕਫਾਸਟ ਕਲੱਬ ਆਫ ਕੈਨੇਡਾ ਦੇ ਅਨੁਸਾਰ ਕੈਨੇਡਾ ਇਕਲੌਤਾ G7 ਦੇਸ਼ ਹੈ ਜਿਸ ਕੋਲ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨਹੀਂ ਹੈ। ਇਸ ਦੇ ਹਮਾਇਤੀਆਂ ਨੇ ਦਲੀਲ ਦਿੱਤੀ ਹੈ ਕਿ ਘੱਟ ਸਰੋਤਾਂ ਤੇ ਉੱਚ ਭੋਜਨ ਦੀਆਂ ਕੀਮਤਾਂ ਕਾਰਨ ਤਣਾਅ ਹੇਠ ਆਏ ਸੂਬਾਈ, ਲੋਕਲ ਅਤੇ ਚੈਰੀਟੇਬਲ ਪ੍ਰੋਗਰਾਮਾਂ ਦੇ ਪਾੜੇ ਨੂੰ ਭਰਨ ਲਈ ਇੱਕ ਨੈਸ਼ਨਲ ਪ੍ਰੋਗਰਾਮ ਦੀ ਲੋੜ ਹੈ। ਸਕੂਲ ਫੂਡ ਪ੍ਰੋਗਰਾਮ ਲਿਬਰਲ ਅਤੇ ਐਨਡੀਪੀ ਦਰਮਿਆਨ ਹੋਏ ਉਸ ਸਮਰਥਨ ਸਮਝੌਤੇ ਦਾ ਹਿੱਸਾ ਨਹੀਂ ਹੈ ਜਿਸ ਤਹਿਤ ਐਨਡੀਪੀ 2025 ਤੱਕ ਲਿਬਰਲਾਂ ਨੂੰ ਸਮਰਥਨ ਕਰ ਰਹੀ ਹੈ, ਪਰ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਹਾਲ ਹੀ 'ਚ ਫੈਡਰਲ ਸਰਕਾਰ ਨੂੰ ਇਹ ਪ੍ਰੋਗਰਾਮ ਲਾਗੂ ਕਰਨ ਲਈ ਆਖਿਆ ਸੀ। ਕੈਨੇਡਾ 'ਚ ਸਿੱਖਿਆ ਸੂਬਾ ਸਰਕਾਰਾਂ ਦਾ ਅਧਿਕਾਰ ਖੇਤਰ ਹੈ। ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸੂਬਿਆਂ, ਪ੍ਰਦੇਸ਼ਾਂ ਅਤੇ ਮੂਲ ਨਿਵਾਸੀ ਭਾਈਵਾਲਾਂ ਨਾਲ ਕੰਮ ਕਰੇਗੀ। ਪਿਛਲੇ ਦਸੰਬਰ 'ਚ ਕੰਜ਼ਰਵੇਟਿਵਜ਼ ਨੇ ਉਸ ਪ੍ਰਾਈਵੇਟ ਮੈਂਬਰ ਬਿੱਲ ਦੇ ਵਿਰੁੱਧ ਵੋਟ ਦਿੱਤੀ ਸੀ ਜਿਸ ਨਾਲ ਸਕੂਲ ਫੂਡ ਪ੍ਰੋਗਰਾਮ ਲਈ ਇੱਕ ਰਾਸ਼ਟਰੀ ਢਾਂਚਾ ਸਥਾਪਿਤ ਹੁੰਦਾ ਹੈ। BC 'ਚ ਇੱਕ ਸਮਾਗਮ ਦੌਰਾਨ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਏਵਰ ਨੇ ਕਿਹਾ ਕਿ ਬੱਚਿਆਂ ਲਈ ਭੋਜਨ ਦੀ ਸੁਰੱਖਿਆ ਟਰੂਡੋ ਦੀ ਇੱਕ ਵੱਡੀ ਸਫਲਤਾ ਹੈ। ਪੋਲੀਏਵਰ ਨੇ 1 ਅਪ੍ਰੈਲ ਨੂੰ ਕਾਰਬਨ ਟੈਕਸ ਦੇ $65 ਪ੍ਰਤੀ ਟਨ ਤੋਂ ਵੱਧ ਕੇ $80 ਪ੍ਰਤੀ ਟਨ ਹੋ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਵਿਅੰਗਾਤਮਕ ਹੈ ਕਿ ਟਰੂਡੋ ਇੱਕ ਪਾਸੇ ਭੋਜਨ ਸੁਰੱਖਿਆ ਦੀ ਗੱਲ ਕਰ ਰਹੇ ਨੇ ਤੇ ਦੂਜੇ ਪਾਸੇ ਕਾਰਬਨ ਟੈਕਸ ਵਧਾ ਕੇ ਖਾਣਾ ਹੋਰ ਮਹਿੰਗਾ ਕਰ ਦਿੱਤਾ ਗਿਆ ਹੈ। Tomorrow, kids will be going back to school. Some of them won't have enough to eat. That impacts their health and their opportunities to learn and grow. And like we said last week, this year's upcoming budget will be all about fairness. Fairness for every generation. And that, of course, includes and starts with children and families. We all want kids to have the best start in life, including the most vulnerable. That's why we'll be investing $1 billion to create a national school food program that'll provide meals to 400,000 more kids every year beyond those served by existing programs.
We'll work with provinces and territories and Indigenous partners towards ensuring every child has the food they need. We just know that when kids eat better, they do better in school. The teachers, advocates, and volunteers I spoke with today know that, and it's something I remember from my years as a teacher. When a kid walks up before class and says, "I'm hungry," that means we all have more work to do as a school community, as a country, as a world. We want everyone to be able to eat well so they can reach their full potential. I think of the Canada Child Benefit that provides families with nearly up to $8,000 per child per year. With it, since 2015, we've lifted 650,000 children out of poverty, and Canada's child poverty rate has been cut in half. We're fighting every day to build an economy that helps every generation get ahead. People out there are still talking about the trickle-down economy, still thinking if you give tax breaks and opportunities to the wealthiest, that will somehow create more job and wealth that'll eventually make it down to everyone else. ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਐਨਡੀਪੀ ਦੇ ਆਗੂ ਜਗਮੀਤ ਸਿੰਘ ਦੀ ਜਾਨ ਨੂੰ ਵੀ ਖਤਰਾ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਇਹ ਹੈਰਾਨੀਕੁੰਨ ਦਾਅਵਾ ਕੈਨੇਡਾ 'ਚ ਵਿਦੇਸ਼ੀ ਦਖਲ ਦੀ ਪੜਤਾਲ ਕਰ ਰਹੇ ਕਮਿਸ਼ਨ ਅੱਗੇ ਕੀਤਾ ਗਿਆ। ਫਿਲਹਾਲ ਜਗਮੀਤ ਸਿੰਘ ਦੇ ਦਫ਼ਤਰ ਵੱਲੋਂ ਇਸ ਸਨਸਨੀਖੇਜ਼ ਮਸਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਕੈਨੇਡਾ 'ਚ ਸਰਗਰਮ ਕਈ ਸਿੱਖ ਜਥੇਬੰਦੀਆਂ ਨੂੰ ਧਿਰ ਮੰਨਦਿਆਂ ਜਨਤਕ ਪੜਤਾਲ ਦੀ ਪ੍ਰਕਿਰਿਆ 'ਚ ਸ਼ਾਮਲ ਕੀਤਾ ਗਿਆ ਤੇ ਇਹਨਾਂ ਦੇ ਇੱਕ ਵਕੀਲ ਨੇ ਕਮਿਸ਼ਨ ਦੀ ਮੁੱਖ ਜਸਟਿਸ ਮੈਰੀ ਜੋਜ਼ੀ ਹੋਗ ਅੱਗੇ ਪੇਸ਼ ਹੁੰਦਿਆਂ ਜਗਮੀਤ ਸਿੰਘ ਨਾਲ ਸੰਬੰਧਿਤ ਦਾਅਵਾ ਕੀਤਾ। ਜਗਮੀਤ ਸਿੰਘ ਦੀ ਪ੍ਰਿੰਸੀਪਲ ਸਕੱਤਰ ਐਨੀ ਮੈਕਗਰਾ ਨੂੰ ਜਦੋਂ ਸੰਭਾਵਤ ਖਤਰੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੌਮੀ ਸੁਰੱਖਿਆ ਨਾਲ ਸੰਬੰਧਿਤ ਮਸਲਾ ਹੋਣ ਕਾਰਨ ਉਹ ਕੁਝ ਵੀ ਕਹਿਣਾ ਨਹੀਂ ਚਾਹਣਗੇ। ਟੋਰਾਂਟੋ ਸਟਾਰ ਦੀ ਰਿਪੋਰਟ ਕਹਿੰਦੀ ਹੈ ਕਿ ਨਿੱਜਰ ਕਤਲकांड ਮਗਰੋਂ ਕਈ ਕੈਨੇਡੀਅਨ ਸਿੱਖਾਂ ਨੂੰ ਸੰਭਾਵਿਤ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਅਤੇ ਜਗਮੀਤ ਸਿੰਘ ਉਹਨਾਂ ਵਿੱਚੋਂ ਇੱਕ ਸਨ। ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਸਰਕਾਰ ਨੇ ਕਈ ਸਾਲ ਪਹਿਲਾਂ ਜਗਮੀਤ ਸਿੰਘ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਸੀ ਅਤੇ ਹੁਣ ਐਨਡੀਪੀ ਆਗੂ ਦੀ ਜਾਨ ਖਤਰੇ 'ਚ ਹੋਣ ਦੇ ਗੁੱਝੇ ਭੇਤ ਤੋਂ ਪਰਦਾ ਉੱਠਦਾ ਨਜ਼ਰ ਆ ਰਿਹਾ ਹੈ। ਹਰਦੀਪ ਸਿੰਘ ਨਿੱਜਰ ਦਾ ਕਤਲ 18 ਜੂਨ 2023 ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪਾਰਕਿੰਗ 'ਚ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ 'ਚ ਹਰਦੀਪ ਸਿੰਘ ਨਿੱਜਰ ਕਤਲकांड ਦਾ ਦੋਸ਼ ਭਾਰਤ ਸਿਰ ਲਾਇਆ ਤਾਂ ਦੋਹਾਂ ਮੁਲਕਾਂ ਦੇ ਰਿਸ਼ਤਿਆਂ 'ਚ ਕੁੜੱਤਣ ਆ ਗਈ ਤੇ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਬੰਦ ਕਰ ਦਿੱਤੇ। ਦੋਹਾਂ ਮੁਲਕਾਂ ਵਿਚਾਲੇ ਮੁਕਤ ਵਪਾਰ ਸੰਧੀ ਬਾਰੇ ਚੱਲ ਰਹੀ ਗੱਲਬਾਤ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਇਸੇ ਦੌਰਾਨ ਕੈਨੇਡਾ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਵਾਰਦਾਤ ਦੇ ਕੁਝ ਹਿੱਸੇ ਆਪਣੀ ਇੱਕ ਰਿਪੋਰਟ ਰਾਹੀਂ ਜਨਤਕ ਕੀਤੇ ਗਏ, ਪਰ YouTube ਤੇ ਅਪਲੋਡ ਰਿਪੋਰਟ ਨੂੰ ਭਾਰਤ 'ਚ ਬਲੌਕ ਕਰ ਦਿੱਤਾ ਗਿਆ। ਦੱਸ ਦਈਏ ਕਿ ਕੈਨੇਡਾ 'ਚ ਚੱਲ ਰਹੀ ਵਿਦੇਸ਼ੀ ਦਖਲ ਦੀ ਜਾਂਚ ਦਾ ਘੇਰਾ ਮੁੱਢਲੇ ਤੌਰ ਤੇ ਚੀਨ ਅਤੇ ਰੂਸ ਦੁਆਲੇ ਕੇਂਦਰਿਤ ਸੀ, ਪਰ ਜਨਵਰੀ 'ਚ ਭਾਰਤ ਨੂੰ ਸੂਚੀ 'ਚ ਸ਼ਾਮਲ ਕਰ ਦਿੱਤਾ ਗਿਆ। ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਜਸਕਰਨ ਸੰਧੂ ਜਾਂਚ ਕਮਿਸ਼ਨ ਅੱਗੇ ਪੇਸ਼ ਹੋ ਕੇ ਸਿੱਖ ਭਾਈਚਾਰੇ ਦਾ ਪੱਖ ਪੇਸ਼ ਕਰ ਚੁੱਕੇ ਨੇ। ਜਾਂਚ ਕਮਿਸ਼ਨ ਦੀ ਮੁੱਢਲੀ ਰਿਪੋਰਟ 3 ਮਈ ਤੱਕ ਪੇਸ਼ ਕੀਤੀ ਜਾ ਸਕਦੀ ਹੈ, ਜਦਕਿ ਵਿਸਤਾਰਤ ਰਿਪੋਰਟ ਦਸੰਬਰ ਦੇ ਅੰਤ ਤੱਕ ਆਉਣ ਦੇ ਆਸਾਰ ਨੇ। ਵਿਦੇਸ਼ੀ ਦਖਲ ਦਾ ਦਾਅਵਾ ਸੱਚ ਸਾਬਤ ਹੁੰਦਾ ਹੈ ਤਾਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦਾ ਸਰੂਪ ਬਦਲ ਸਕਦਾ ਹੈ ਤੇ ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ ਤੇ ਨਜ਼ਰ ਰੱਖੀ ਜਾ ਸਕਦੀ ਹੈ। ਐਨਡੀਪੀ ਦੇ 3 ਐਮਪੀਜ਼ ਚਾਰਲੀ ਐਂਗਸ, ਕੈਰਲ ਹਿਊਜ਼ ਅਤੇ ਰੇਚਲ ਬਲੇਨੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਚੋਣਾਂ ਨਹੀਂ ਲੜਨਗੇ। ਐਂਗਸ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, 7 ਚੋਣਾਂ ਤੋਂ ਬਾਅਦ ਪਾਰਲੀਮੈਂਟ 'ਚ 20 ਸਾਲ ਦੀ ਸੇਵਾ ਅਤੇ ਟਿਮਿੰਸ ਦੇ ਇਤਿਹਾਸ 'ਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਐਮਪੀ ਹੋਣ ਦਾ ਮਾਣ ਹਾਸਲ ਕਰਨ ਤੋਂ ਬਾਅਦ ਇਹ ਜ਼ਿੰਮੇਵਾਰੀ ਹੁਣ ਅੱਗੇ ਦੇਣ ਦਾ ਸਮਾਂ ਹੈ। ਐਂਗਸ ਤਿੰਨੇ ਐਮਪੀਜ਼ 'ਚ ਸਭ ਤੋਂ ਲੰਬਾ ਸਮਾਂ ਐਮਪੀ ਰਹੇ ਨੇ। ਉਹ ਪਹਿਲੀ ਵਾਰ 2004 ਦੀ ਫੈਡਰਲ ਚੋਣ ਜਿੱਤੇ ਸਨ ਅਤੇ ਉਹਨਾਂ ਨੇ ਲੰਬੇ ਸਮੇਂ ਤੋਂ ਲਿਬਰਲਾਂ ਦੀ ਸੀਟ ਰਹੀ ਟਿਮਿੰਸ ਦੀ ਰਾਈਡਿੰਗ ਨੂੰ ਐਨਡੀਪੀ ਦੀ ਝੋਲੀ ਪਾਇਆ ਸੀ। 61 ਸਾਲ ਦੇ ਐਗਨਸ ਇੱਕ ਨਾਮੀ ਰੌਕ ਗਾਇਕ ਵੀ ਰਹੇ ਨੇ ਅਤੇ ਉਹ ਟੋਰਾਂਟੋ 'ਚ ਇੱਕ ਕਮਿਊਨਿਟੀ ਕਾਰਕੁਨ ਵਜੋਂ ਵੀ ਵਿਚਰਦੇ ਰਹੇ ਨੇ। ਉਹ ਕਈ ਕਿਤਾਬਾਂ ਦੇ ਲੇਖਕ ਵੀ ਨੇ। 2017 'ਚ ਉਹਨਾਂ ਨੇ ਐਨਡੀਪੀ ਦੀ ਲੀਡਰਸ਼ਿਪ ਰੇਸ 'ਚ ਵੀ ਹਿੱਸਾ ਲਿਆ ਸੀ, ਪਰ ਉਹ ਜਗਮੀਤ ਸਿੰਘ ਤੋਂ ਹਾਰ ਗਏ ਸਨ। ਹਾਲਾਂਕਿ ਵੋਟਾਂ 'ਚ ਜਗਮੀਤ ਸਿੰਘ ਤੋਂ ਬਾਅਦ ਐਂਗਸ ਨੂੰ ਦੂਸਰਾ ਸਥਾਨ ਮਿਲਿਆ ਸੀ। ਐਂਗਸ ਨੇ ਰਾਜਨੀਤੀ ਨੂੰ ਅਲਵਿਦਾ ਕਹਿਣ ਦੇ ਕਾਰਨਾਂ ਵਿੱਚ ਖਾਸ ਤੌਰ ਤੇ ਟਿਮਿੰਸ ਜੇਮਸ ਬੇ ਰਾਈਡਿੰਗ ਦੇ ਦਾਇਰੇ ਦੇ ਵਿੱਚ 20,000 ਵਰਗ ਕਿਲੋਮੀਟਰ ਦੇ ਨਵੇਂ ਸ਼ਹਿਰਾਂ ਨੂੰ ਸ਼ਾਮਲ ਕੀਤੇ ਜਾਣ ਦਾ ਜ਼ਿਕਰ ਕੀਤਾ। ਰਾਈਡਿੰਗਸ ਦੀ ਹੋ ਰਹੀ ਨਵੀਂ ਹੱਦਬੰਦੀ ਤਹਿਤ ਇਸ ਰਾਈਡਿੰਗ 'ਚ ਕੁਝ ਨਵੇਂ ਸ਼ਹਿਰ ਇਲਾਕੇ ਮਿਲਾ ਕੇ
ਇਸ ਨੂੰ ਅਗਲੀਆਂ ਫੈਡਰਲ ਚੋਣਾਂ 'ਚ ਕਪੂਕ ਸਿੰਘ ਟਿਮਿੰਸ ਮੈਸ਼ਕਗੋਵੁਕ ਰਾਈਡਿੰਗ ਦਾ ਨਾਂ ਦਿੱਤਾ ਜਾ ਰਿਹਾ ਹੈ। ਹਿਊਜ਼ ਵੀ ਉੱਤਰੀ ਓਨਟਾਰੀਓ ਦੀ ਇੱਕ ਰਾਈਡਿੰਗ ਦੀ ਨੁਮਾਇੰਦਗੀ ਕਰਦੀ ਹੈ ਜਿਸ ਦੀ ਨਵੀਂ ਹੱਦਬੰਦੀ ਕੀਤੀ ਜਾ ਰਹੀ ਹੈ। ਅਲਗੋਮਾ ਮੈਨੀਟੋਲਿਨ ਕਪੂਰ ਕੇਸਿੰਗ ਰਾਈਡਿੰਗ ਮੈਨੀਟੋਲਿਨ ਆਈਲੈਂਡ ਤੋਂ ਹਰਸਟ ਕਸਬੇ ਤੱਕ ਬੜਾ ਵੱਡਾ ਇਲਾਕਾ ਕਵਰ ਕਰਦੀ ਹੈ। ਹੁਣ ਇਸ ਰਾਈਡਿੰਗ ਨੂੰ ਪੂਰੀ ਤਰ੍ਹਾਂ ਭੰਗ ਕਰਕੇ ਲੱਗਦੀਆਂ ਰਾਈਡਿੰਗਸ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਹਿਊਜ਼ ਨੇ 2008 'ਚ ਇਸ ਰਾਈਡਿੰਗ ਤੋਂ ਚੋਣ ਜਿੱਤੀ ਸੀ। 2 ਚੋਣਾਂ 'ਚ ਹਾਰਨ ਤੋਂ ਬਾਅਦ ਉਹਨਾਂ ਨੇ ਲੰਬੇ ਸਮੇਂ ਤੋਂ ਸੀਟ ਤੇ ਕਾਬਜ਼ ਰਹੇ ਲਿਬਰਲ ਐਮਪੀ ਬ੍ਰੈਂਟ ਸੇਂਟ ਡੈਨਿਸ ਨੂੰ ਹਰਾਇਆ ਸੀ। ਐਂਗਸ ਤੇ ਹਿਊਜ਼ ਦੋਵਾਂ ਨੇ ਉੱਤਰੀ ਓਨਟਾਰੀਓ 'ਚ ਆਪਣੀਆਂ ਰਾਈਡਿੰਗਸ ਅਤੇ ਹੋਰ ਰਾਈਡਿੰਗਸ 'ਚ ਹੋਣ ਵਾਲੀਆਂ ਤਬਦੀਲੀਆਂ ਵਿਰੁੱਧ ਆਵਾਜ਼ ਚੁੱਕੀ ਸੀ। ਫੈਡਰਲ ਸਰਕਾਰ ਨੇ ਐਲਾਨ ਕੀਤਾ ਕਿ ਇਸ ਸਾਲ 1 ਅਕਤੂਬਰ ਤੋਂ ਨੈਕਸਸ ਟਰੈਵਲ ਪ੍ਰੋਗਰਾਮ ਲਈ ਅਪਲਾਈ ਕਰਨ ਦੀ ਫੀਸ $50 ਤੋਂ ਵੱਧ ਕੇ $120 ਹੋ ਜਾਵੇਗੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਮੌਜੂਦਾ $50 ਦੀ ਫੀਸ ਤੋਂ 2 ਦਹਾਕੇ ਪਹਿਲਾਂ ਨਿਰਧਾਰਤ ਕੀਤੀ ਗਈ ਸੀ ਅਤੇ ਇਹ ਫੀਸ ਇਸ ਪ੍ਰੋਗਰਾਮ ਦੇ ਪ੍ਰਬੰਧਨ ਦੀ ਲਾਗਤ ਵੀ ਪੂਰੀ ਨਹੀਂ ਕਰਦੀ। ਨੈਕਸਸ ਟਰਸਟਡ ਟਰੈਵਲ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ US ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਹੈ ਜਿਸ ਅਧੀਨ ਭਰੋਸੇਯੋਗ ਯਾਤਰੀ ਕੈਨੇਡਾ ਜਾਂ US 'ਚ ਦਾਖਲ ਹੋਣ ਲੱਗਿਆਂ ਬਾਰਡਰ ਤੇ ਲੱਗੀਆਂ ਲੰਮੀਆਂ ਕਤਾਰਾਂ ਤੋਂ ਬਚ ਜਾਂਦੇ ਨੇ। ਜਿਨ੍ਹਾਂ ਯਾਤਰੀਆਂ ਕੋਲ ਨੈਕਸਸ ਕਾਰਡ ਹੁੰਦੇ ਨੇ ਉਹਨਾਂ ਲਈ 에ਅਰਪੋਰਟ ਅਤੇ ਕਸਟਮਜ਼ ਉੱਤੇ ਇੱਕ ਵੱਖਰੀ ਲੇਨ ਰਾਖਵੀਂ ਹੁੰਦੀ ਹੈ। ਏਜੰਸੀ ਨੇ ਇੱਕ ਰਿਲੀਜ਼ 'ਚ ਕਿਹਾ ਨਵੀਂ ਫੀਸ ਪ੍ਰੋਗਰਾਮ ਦੇ ਪ੍ਰਬੰਧਨ ਦੀ ਲਾਗਤ ਅਤੇ ਟੈਕਨੋਲੋਜੀ ਤੇ ਬੁਨਿਆਦੀ ਢਾਂਚੇ 'ਚ ਬਿਹਤਰੀ ਸਮੇਤ ਭਵਿੱਖ ਦੇ ਪ੍ਰੋਗਰਾਮ ਸੁਧਾਰਾਂ ਲਈ ਲੋੜੀਂਦੇ ਨਿਵੇਸ਼ ਨੂੰ ਵਧੇਰੇ ਸਹੀ ਢੰਗ ਨਾਲ ਦਰਸਾਏਗੀ। ਕੈਨੇਡਾ ਦੀ ਧਰਤੀ ਤੇ ਅਮਰੀਕੀ ਏਜੰਟਸ ਦੇ ਬੰਦੂਕਾਂ ਰੱਖਣ ਦੇ ਅਧਿਕਾਰ ਨੂੰ ਲੈ ਕੇ ਕੈਨੇਡਾ ਅਤੇ ਅਮਰੀਕਾ ਵਿਚਕਾਰ 1 ਸਾਲ ਤੱਕ ਚੱਲੇ ਅੜਿੱਕੇ ਤੋਂ ਬਾਅਦ ਪਿਛਲੇ ਸਾਲ ਇਹ ਪ੍ਰੋਗਰਾਮ ਕੈਨੇਡਾ 'ਚ ਪੂਰੀ ਤਰ੍ਹਾਂ ਨਾਲ ਮੁੜ ਖੋਲ੍ਹਿਆ ਗਿਆ ਸੀ। ਇਸ ਤਹਿਤ ਕੈਨੇਡੀਅਨ ਬਾਰਡਰ ਏਜੰਟਸ ਨੂੰ 8 ਕੈਨੇਡੀਅਨ ਹਵਾਈ ਅੱਡਿਆਂ ਤੇ ਅਮਰੀਕੀ ਏਜੰਟਸ ਤੋਂ ਵੱਖ ਨੈਕਸਸ ਬਿਨੇਕਾਰਾਂ ਦੀ ਇੰਟਰਵਿਊ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੋਵੇਂ ਦੇਸ਼ਾਂ ਦੇ ਅਧਿਕਾਰੀ ਇਹ ਇੰਟਰਵਿਊ ਇਕੱਠੇ ਕਰਦੇ ਸਨ। ਉਦੋਂ ਤੋਂ CBSA ਦਾ ਕਹਿਣਾ ਹੈ ਕਿ ਉਸ ਨੂੰ 500,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਤੇ ਏਜੰਸੀ ਅਨੁਸਾਰ ਫੀਸ ਵਿੱਚ ਵਾਧਾ ਉਸ ਮੰਗ ਦੀ ਪੂਰਤੀ 'ਚ ਮਦਦ ਕਰੇਗਾ। ਕੈਨੇਡਾ 'ਚ ਪ੍ਰਦੂਸ਼ਣ ਦੇ ਰਾਸ਼ਟਰੀ ਟੈਕਸ $65 ਪ੍ਰਤੀ ਟਨ ਤੋਂ ਵੱਧ ਕੇ $80 ਹੋ ਗਿਆ ਹੈ। ਕੈਨੇਡਾ ਦੇ 2 ਵੱਖ-ਵੱਖ ਕਾਰਬਨ ਪ੍ਰਾਈਸਿੰਗ ਪ੍ਰੋਗਰਾਮ ਨੇ। ਇੱਕ ਹੈ ਵੱਡੇ ਉਦਯੋਗ ਲਈ ਜਿੱਥੇ ਕੰਪਨੀਆਂ ਆਪਣੇ ਅਸਲ ਨਿਕਾਸ ਦੇ ਹਿੱਸੇ ਤੇ ਟੈਕਸ ਅਦਾ ਕਰਦੀਆਂ ਨੇ ਤੇ ਇੱਕ ਖਪਤਕਾਰ ਕਾਰਬਨ ਟੈਕਸ ਹੈ ਜੋ ਜੈਵਿਕ ਬਾਲਣ ਦੀ ਖਰੀਦ ਤੇ ਲਾਗੂ ਹੁੰਦਾ ਹੈ। ਖਪਤਕਾਰ ਟੈਕਸ ਆਮ ਲੋਕਾਂ, ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ, ਫਸਟ ਨੇਸ਼ਨਸ ਦੇ ਨਾਲ-ਨਾਲ ਪਬਲਿਕ ਸੈਕਟਰ ਦੇ ਸੰਸਥਾਨਾਂ ਜਿਵੇਂ ਕਿ ਹਸਪਤਾਲਾਂ, ਯੂਨੀਵਰਸਿਟੀਜ਼, ਸਕੂਲਾਂ ਅਤੇ ਮਿਊਨਿਸਪੈਲਿਟੀਆਂ ਨੂੰ ਪ੍ਰਭਾਵਿਤ ਕਰਦਾ ਹੈ। 1 ਅਪ੍ਰੈਲ ਤੋਂ ਕੀਮਤ 'ਚ ਹੋਈ ਤਬਦੀਲੀ ਖਪਤਕਾਰ ਟੈਕਸ ਨੂੰ ਪ੍ਰਭਾਵਿਤ ਕਰਦੀ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ, ਕਿਊਬੈਕ ਅਤੇ ਨਾਰਥ ਵੈਸਟ ਟੈਰੀਟਰੀਜ਼ ਨੂੰ ਛੱਡ ਕੇ ਹਰ ਸੂਬੇ ਅਤੇ ਪ੍ਰਦੇਸ਼ 'ਚ ਲਾਗੂ ਹੋ ਗਿਆ ਹੈ। BC ਅਤੇ ਨਾਰਥ ਵੈਸਟ ਟੈਰੀਟਰੀਜ਼ ਦੋਵਾਂ ਦਾ ਆਪਣਾ ਖਪਤਕਾਰਾਂ ਲਈ ਬਹੁਤ ਹੀ ਸਮਾਨ ਕਾਰਬਨ ਚਾਰਜ ਹੈ। ਕਿਊਬੈਕ 'ਚ ਇੱਕ ਕੈਪ ਐਂਡ ਟ੍ਰੇਡ ਪ੍ਰਣਾਲੀ ਹੈ ਜੋ ਕਾਫੀ ਵੱਖਰੀ ਹੈ ਪਰ ਕੈਨੇਡਾ ਸਰਕਾਰ ਦੁਆਰਾ ਇਸ ਨੂੰ ਫੈਡਰਲ ਪ੍ਰਾਈਸਿੰਗ ਦੇ ਬਰਾਬਰ ਮੰਨਿਆ ਜਾਂਦਾ ਹੈ। ਫਿਊਲ ਚਾਰਜ ਨੂੰ 20 ਤੋਂ ਵੱਧ ਵੱਖ-ਵੱਖ ਬਾਲਣ ਸਰੋਤਾਂ ਜਿਵੇਂ ਗੈਸੋਲੀਨ, ਪ੍ਰੋਪੇਨ, ਡੀਜ਼ਲ ਅਤੇ ਕੁਦਰਤੀ ਗੈਸ ਦੀ ਕੀਮਤ 'ਚ ਜੋੜਿਆ ਜਾਂਦਾ ਹੈ ਜਿਹੜੇ ਜਲਾਏ ਜਾਣ ਤੇ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਪੈਦਾ ਕਰਦੇ ਨੇ। ਹਰੇਕ ਬਾਲਣ ਦੀ ਵਾਧੂ ਲਾਗਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਊਰਜਾ ਬਣਾਉਣ ਲਈ ਜਦੋਂ ਉਸ ਬਾਲਣ ਨੂੰ ਸਾੜਿਆ ਜਾਂਦਾ ਹੈ ਤਾਂ ਕਿੰਨੀਆਂ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਨੇ। ਕਾਰਬਨ ਟੈਕਸ ਦੇ $65 ਪ੍ਰਤੀ ਟਨ ਤੋਂ $80 ਹੋ ਜਾਣ ਦਾ ਮਤਲਬ ਹੈ ਕਿ 1 ਲੀਟਰ ਗੈਸੋਲੀਨ ਦੀ ਕਾਰਬਨ ਦੀ ਕੀਮਤ ਹੁਣ 17.6 ਸੈਂਟ ਪ੍ਰਤੀ ਲੀਟਰ ਹੋ ਜਾਵੇਗੀ ਜੋ ਕਿ ਪਹਿਲਾਂ ਨਾਲੋਂ 3.3 ਸੈਂਟ ਪ੍ਰਤੀ ਲੀਟਰ ਵੱਧ ਹੈ। ਇਸ ਦਾ ਮਤਲਬ ਹੈ 50 ਲੀਟਰ ਟੈਂਕ ਨੂੰ ਭਰਨ ਲਈ ਕਾਰਬਨ ਕੀਮਤ ਲਗਭਗ $8.80 ਹੋਵੇਗੀ ਜੋ ਕਿ ਪਹਿਲਾਂ ਨਾਲੋਂ ਲਗਭਗ $1.65 ਵੱਧ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇੱਕ ਨਵਾਂ $1.5 ਬਿਲੀਅਨ ਦਾ ਹਾਊਸਿੰਗ ਫੰਡ ਗੈਰ ਮੁਨਾਫਾ ਸੰਸਥਾਵਾਂ ਨੂੰ ਕੈਨੇਡਾ ਭਰ 'ਚ ਕਿਰਾਏ ਦੀਆਂ ਹੋਰ ਯੂਨਿਟਾਂ ਸੁਰੱਖਿਅਤ ਕਰਨ ਅਤੇ ਉਹਨਾਂ ਨੂੰ ਕਿਫਾਇਤੀ ਰੱਖਣ 'ਚ ਯਕੀਨੀ ਬਣਾਉਣ 'ਚ ਮਦਦ ਕਰੇਗਾ। ਨਵਾਂ ਕੈਨੇਡਾ ਰੈਂਟਲ ਪ੍ਰੋਟੈਕਸ਼ਨ ਫੰਡ 16 ਅਪ੍ਰੈਲ ਨੂੰ ਪੇਸ਼ ਕੀਤਾ ਜਾਵੇਗਾ ਤੇ ਫੈਡਰਲ ਬਜਟ 'ਚ ਇਸ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਨਵਾਂ ਫੰਡ $1 ਬਿਲੀਅਨ ਦੇ ਲੋਨ ਅਤੇ ਗੈਰ ਮੁਨਾਫਾ ਤੇ ਹੋਰ ਪਾਰਟਨਰਜ਼ ਨੂੰ ਕਿਫਾਇਤੀ ਰੈਂਟਲ ਯੂਨਿਟਸ ਪ੍ਰਾਪਤ ਕਰਨ 'ਚ ਮਦਦ ਕਰਨ ਲਈ $470 ਮਿਲੀਅਨ ਦਾ ਯੋਗਦਾਨ ਪ੍ਰਦਾਨ ਕਰੇਗਾ।
ਟਰੂਡੋ ਨੇ ਵਿਨੀਪੈਗ 'ਚ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ 'ਚ ਮੌਜੂਦਾ ਰੈਂਟਲ ਪ੍ਰੋਟੈਕਸ਼ਨ ਫੰਡ ਇਸ ਪਹਿਲ ਕਦਮੀ ਦੇ ਵਿਚਾਰ ਦਾ ਚੰਗਾ ਸਬੂਤ ਹੈ। ਟਰੂਡੋ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਉਹਨਾਂ ਦੇ ਸੂਬੇ 'ਚ ਬਣਾਏ ਗਏ ਹਰ ਨਵੇਂ ਕਿਫਾਇਤੀ ਕਿਰਾਏ ਦੇ ਘਰ ਪਿੱਛੇ 4 ਹੋਰ ਘਰ ਨਿਵੇਸ਼ਕਾਂ ਪਰਿਵਰਤਨ ਕਰਕੇ ਢਾਹੇ ਜਾਣ ਅਤੇ ਕਿਰਾਏ ਵਿੱਚ ਵਾਧੇ ਕਰਕੇ ਖੁੱਸ ਜਾਂਦੇ ਨੇ ਅਤੇ ਇਹ ਦੇਸ਼ ਭਰ ਦੇ ਸ਼ਹਿਰਾਂ ਵਿੱਚ ਹੋ ਰਿਹਾ ਹੈ। ਇਹ ਐਲਾਨ ਲਿਬਰਲ ਸਰਕਾਰ ਵੱਲੋਂ 16 ਅਪ੍ਰੈਲ ਨੂੰ ਪੇਸ਼ ਹੋਣ ਵਾਲੇ ਫੈਡਰਲ ਬਜਟ ਤੋਂ ਪਹਿਲਾਂ ਦੇਸ਼ ਭਰ ਦਾ ਟੂਰ ਕਰਕੇ ਨਵੇਂ ਚੋਣ ਮੁਹਿੰਮ ਦੇ ਸਟਾਈਲ ਦੇ ਐਲਾਨਾਂ ਦੀ ਲੜੀ ਦਾ ਹੀ ਹਿੱਸਾ ਹੈ। Today, with a significant announcement that will protect and expand affordable housing. Unfortunately, too many of those places are under constant threat of being demolished to build condos or sold to speculators and large corporations that will increase rents at turnover. People are being priced out of their communities, and that's not okay. So we have to help nonprofits and community partners acquire units and preserve rents at a stable level. That's why we're here to announce the $1.5 billion Canada Rental Protection Fund. The Canada Rental Protection Fund will aim to mobilize investments and financing from the charitable sector, private sector, and other orders of government in order to maximize the ability to acquire and protect affordable housing. A good proof of concept of this initiative is the BC Rental Protection Fund in British Columbia. They recognize that for every new affordable rental home that is built in their province, 4 more are lost to investors, to conversions, to demolition, and to rent increases. And this is happening in communities right across the country, which is why the federal government is acting today. We're fighting every day to build an economy that helps every generation get ahead, including Gen Z and millennials. Because for Canada to succeed, we need everyone to succeed. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲੀ ਹਵਾਈ ਹਮਲਿਆਂ 'ਚ ਮਾਰੇ ਗਏ 7 ਸਹਾਇਤਾ ਵਰਕਰਾਂ ਦੀ ਮੌਤ ਬਾਰੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ। ਇਸ ਹਫ਼ਤੇ ਜਾਰੀ ਇੱਕ ਵੀਡੀਓ 'ਚ ਨੇਤਨਯਾਹੂ ਨੇ ਇਸ ਘਟਨਾ ਤੇ ਅਫਸੋਸ ਪ੍ਰਗਟ ਕੀਤਾ ਸੀ ਅਤੇ ਇਸ ਨੂੰ ਫੌਜਾਂ ਦੁਆਰਾ ਗਾਜ਼ਾ ਪੱਟੀ 'ਚ ਅਣਜਾਣੇ 'ਚ ਨਿਰਦੋਸ਼ ਲੋਕਾਂ ਨੂੰ ਮਾਰਨ ਦਾ ਇੱਕ ਦੁਖਦਾਈ ਮਾਮਲਾ ਆਖਿਆ ਸੀ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਜ਼ਰਾਈਲ ਸਥਿਤੀ ਨੂੰ ਦੇਖ ਰਿਹਾ ਹੈ ਤੇ ਯੁੱਧ 'ਚ ਅਜਿਹਾ ਵਾਪਰ ਜਾਂਦਾ ਹੈ। ਟਰੂਡੋ ਨੇ ਵਿਨੀਪੈਗ 'ਚ ਬੋਲਦਿਆਂ ਕਿਹਾ ਕਿ ਨਹੀਂ, ਅਜਿਹਾ ਉਂਝ ਹੀ ਨਹੀਂ ਵਾਪਰ ਜਾਂਦਾ ਤੇ ਇਹ ਉਦੋਂ ਨਹੀਂ ਵਾਪਰਨਾ ਚਾਹੀਦਾ ਜਦੋਂ ਤੁਹਾਡੇ ਕੋਲ ਵਰਲਡ ਸੈਂਟਰ ਕਿਚਨ ਵਰਗੀ ਅਸਾਧਾਰਨ ਸੰਸਥਾ ਦੇ ਸਹਾਇਤਾ ਵਰਕਰ ਹੋਣ ਜੋ ਹਰ ਰੋਜ਼ ਇੱਕ ਅਵਿਸ਼ਵਾਸਯੋਗ ਤੌਰ ਤੇ ਖਤਰਨਾਕ ਜਗ੍ਹਾ ਤੇ ਮਾਨਵਤਾਵਾਦੀ ਤਬਾਹੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਭੋਜਨ ਪਹੁੰਚਾਉਣ ਲਈ ਆਪਣੀ ਜਾਨ ਜ਼ੋਖਮ 'ਚ ਪਾ ਰਹੇ ਹੋਣ। ਇਜ਼ਰਾਈਲੀ ਹਮਲੇ 'ਚ ਮਾਰੇ ਗਏ 7 ਜੀਆਂ ਵਿੱਚੋਂ ਇੱਕ 33 ਸਾਲ ਦਾ ਸਾਬਕਾ ਕੈਨੇਡੀਅਨ ਫੌਜੀ ਜੈਕਬ ਫਲਿੰਕਿੰਗਰ ਵੀ ਹੈ। ਇਸ ਘਟਨਾ ਦੀ ਦੁਨੀਆ ਭਰ 'ਚ ਨਿੰਦਾ ਹੋ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਵੱਲੋਂ ਕੀਤੀਆਂ ਹੱਤਿਆਵਾਂ ਤੋਂ ਨਾਰਾਜ਼ ਅਤੇ ਗਮਗੀਨ ਨੇ। ਟਰੂਡੋ ਨੇ ਇਜ਼ਰਾਈਲ ਦੇ ਹਵਾਈ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਵਰਲਡ ਸੈਂਟਰਲ ਕਿਚਨ ਨੇ ਇਸ ਮਾਮਲੇ ਦੀ ਇਜ਼ਰਾਈਲ ਵੱਲੋਂ ਨਹੀਂ ਸਗੋਂ ਕਿਸੇ ਤੀਜੀ ਧਿਰ ਵੱਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। We need a fully open, transparent, independent and rapid investigation into what happened. I have to directly take issue with what Prime Minister Netanyahu said yesterday when he said, well, this just happens in conflicts and in wartime. No, it doesn't just happen. And it shouldn't just happen. When you have aid workers for an extraordinary organization like World Central Kitchen risking their lives every day in an incredibly dangerous place to deliver food to people who are experiencing a horrific humanitarian catastrophe, that is not okay that they get hit by targeted missiles like this. The reality is we need much more humanitarian support to flow into Gaza, much more protection of civilians, of innocents, and of aid workers. That's why we need a humanitarian ceasefire. We need for Hamas to lay down its arms. We need for the hostages to be released. And we need a ceasefire to allow this humanitarian catastrophe. ਇਸ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।
ਪੱਕੇ ਤੌਰ ਤੇ ਕੈਨੇਡਾ ਆਉਣ ਵਾਲਿਆਂ ਲਈ ਟਰੂਡੋ ਦਾ ਐਲਾਨ, ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 'ਚ ਕਮੀ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਦਾ ਕੀਤਾ ਐਲਾਨ, 5 ਸਾਲਾਂ ਦੌਰਾਨ $1 ਬਿਲੀਅਨ ਦੀ ਵਚਨਬੱਧਤਾ। ਨਿੱਜਰ ਦੇ ਕਤਲ ਮਗਰੋਂ ਜਗਮੀਤ ਸਿੰਘ ਦੀ ਜਾਨ ਨੂੰ ਵੀ ਖਤਰਾ, ਜਗਮੀਤ ਸਿੰਘ ਦੇ ਦਫ਼ਤਰ ਨੇ ਮਾਮਲੇ ਤੇ ਨਹੀਂ ਕੀਤੀ ਕੋਈ ਟਿੱਪਣੀ। ਜਗਮੀਤ ਸਿੰਘ ਦੀ NDP ਨੂੰ ਲੱਗਾ ਕਰਾਰਾ ਝਟਕਾ, 3 MPs ਵੱਲੋਂ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ।